ਹੈਲੋ ਜੈਮਸੀ ਦੀ ਗੁੱਡ ਮਾਰਨਿੰਗ। ਮੈਂ ਆਸ ਕਰਦੀ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਰਾਜੀ ਖੁਸ਼ ਹੋਵੋਗੇ, ਪਰਮੇਸ਼ਵਰ ਦੇ ਅਨੁਗ੍ਰਹਿ ਦੇ ਹੇਠ ਹੋਵੋਗੇ ਔਰ ਤੁਸੀਂ ਜ਼ਰੂਰ ਪਰਮੇਸ਼ਵਰ ਦੀ ਦਇਆ ਦੇ ਵਿੱਚ ਵੱਧ ਰਹੇ ਹੋਵੋਗੇ। ਪਰਮੇਸ਼ਵਰ ਦੀ ਕਿਰਪਾ ਨੂੰ ਪਹਿਲਾਂ ਦੇ ਨਾਲੋਂ ਵੱਧ ਆਪਣੀ ਲਾਈਫ ਦੇ ਵਿੱਚ ਰਿਸੀਵ ਕਰ ਰਹੇ ਹੋਵੋਗੇ ਔਰ ਦਿਨੋਂ ਦਿਨ ਤੁਹਾਡਾ ਸਪਿਰਿਚੁਅਲ ਲੈਵਲ ਵੀ ਅਪ ਹੋ ਰਿਹਾ ਹੋਵੇਗਾ, ਇਹ ਮੈਨੂੰ ਪੂਰਾ ਵਿਸ਼ਵਾਸ ਆ। ਔਰ ਮੈਂ ਅੱਜ ਵੀ ਇਹੀ ਦੁਆ ਕਰਦੀ ਹਾਂ ਕਿ ਤੁਸੀਂ ਹਰ ਰੋਜ਼ ਵੱਧਦੇ ਜਾਓ, ਹਰ ਰੋਜ਼ ਤੁਸੀਂ ਆਤਮਿਕ ਤਰੱਕੀ ਕਰੋ ਤਾਂ ਜੋ ਪਰਮੇਸ਼ਵਰ ਦਾ ਅਨੁਗ੍ਰਹਿ ਹਰ ਰੋਜ਼ ਤੁਹਾਡੇ ਉੱਤੇ ਬਣਿਆ ਰਹੇ। ਹਾਲੇਲੂਇਆ। ਸੋ ਪਰਮੇਸ਼ਵਰ ਦੀ ਵਡਿਆਈ ਹੋਏ ਅੱਜ ਦੇ ਨਵੇਂ ਦਿਨ ਦੇ ਲਈ ਜੋ ਪਰਮੇਸ਼ਵਰ ਜੀ ਨੇ ਤੁਹਾਡੀਆਂ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ। ਬਹੁਤ ਸ਼ੁਕਰਗੁਜ਼ਾਰ ਹਾਂ ਪਰਮੇਸ਼ਵਰ ਜੀ ਦੇ ਇਸ ਰਹਿਮਤ ਤੇ ਫਜ਼ਲ ਦੇ ਲਈ ਕਿ ਹਰ ਰੋਜ਼ ਇੱਕ ਨਵਾਂ ਦਿਨ, ਮੁਬਾਰਕ ਦਿਨ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਦੇ ਰਹੇ ਆ, ਜੋ ਸਾਡੇ ਜ਼ੋਰ ਨਾਲ ਨਹੀਂ, ਬਲ ਨਾਲ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਹੈ। ਹਾਲੇਲੂਇਆ। ਅੱਜ ਆਪਾਂ ਜੋ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਣਾ ਆ, ਉਸ ਦਾ ਟਾਈਟਲ ਆਪਾਂ ਕਹਿ ਸਕਦੇ ਹਾਂ ਕਿ ਪਰਮੇਸ਼ਵਰ ਸਾਡੇ ਵੈਰੀਆਂ ਦੇ ਸਨਮੁਖ ਸਾਨੂੰ ਫਤਿਹ ਦੇਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਅੱਜ ਹਰੇਕ ਇਨਸਾਨ ਆਪਣੀ ਲਾਈਫ ਦੇ ਵਿੱਚ ਪਰੇਸ਼ਾਨ ਆ, ਇਸ ਲਈ ਕਿ ਉਹਦੇ ਜੀਵਨ ਦੇ ਵਿੱਚ ਵੈਰੀ ਬਹੁਤ ਵੱਧ ਗਏ ਆ, ਇਸ ਲਈ ਕਿ ਉਹਦੇ ਜੀਵਨ ਦੇ ਵਿੱਚ ਵਿਕਾਰ ਬਹੁਤ ਵੱਧ ਗਏ ਆ। ਹਾਲੇਲੂਇਆ। ਅਸੀਂ ਆਲਵੇਜ਼ ਲੜਦੇ ਆ ਸਰੀਰਕ ਵੈਰੀਆਂ ਦੇ ਨਾਲ, ਉਹਨਾਂ ਵੈਰੀਆਂ ਦੇ ਨਾਲ ਜੋ ਬਾਹਰ ਦੁਨੀਆ ਦੇ ਵਿੱਚ ਵੱਸਦੇ ਆ, ਪਰ ਅਸੀਂ ਨਹੀਂ ਕੋਸ਼ਿਸ਼ ਕਰਦੇ ਲੜਨ ਦੀ ਔਰ ਜਿੱਤਣ ਦੀ ਉਹਨਾਂ ਵੈਰੀਆਂ ਤੋਂ ਜੋ ਸਾਡੇ ਅੰਦਰ ਵੱਸਦੇ ਆ। ਅਗਰ ਤੁਸੀਂ ਜਿੱਤਣਾ ਚਾਹੁੰਦੇ ਆ ਤਾਂ ਫਿਰ ਤੁਹਾਨੂੰ ਪਹਿਲਾਂ ਉਹਨਾਂ ਵੈਰੀਆਂ ਦੇ ਉੱਤੇ ਫਤਿਹ ਪਾਉਣੀ ਪਊਗੀ ਜਿਹੜੇ ਤੁਹਾਡੇ ਅੰਦਰ ਵੱਸਦੇ ਆ, ਕਿਉਂਕਿ ਬਾਹਰਲੇ ਵੈਰੀਆਂ ਦੇ ਨਾਲੋਂ ਅੰਦਰਲਾ ਵੈਰੀ ਜਿਹੜਾ ਆ ਉਹ ਜ਼ਿਆਦਾ ਖਤਰਨਾਕ ਆ, ਕਿਉਂਕਿ ਬਾਹਰਲਾ ਤੁਹਾਨੂੰ ਨਜ਼ਰ ਆਉਂਦਾ ਔਰ ਅੰਦਰਲਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਇਸ ਲਈ ਉਹ ਮੋਰ ਡੇਂਜਰਸ ਆ ਦੈਨ ਉਹਦੇ ਨਾਲੋਂ ਜਿਹੜਾ ਸੰਸਾਰ ਦੇ ਵਿੱਚ ਆ। ਇਸ ਲਈ ਸਾਨੂੰ ਅਗਰ ਸਹੀ ਮਾਇਨੇ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਆ, ਅਸਲ ਦੇ ਵਿੱਚ ਤੁਸੀਂ ਜੇਤੂ ਬਣਨਾ ਆ, ਤਾਂ ਫਿਰ ਤੁਸੀਂ ਆਪਣੇ ਅੰਦਰਲੇ ਵੈਰੀਆਂ ਨੂੰ ਇੱਕ ਇੱਕ ਕਰਕੇ ਮਾਰਨਾ ਸ਼ੁਰੂ ਕਰੋ ਔਰ ਪਰਮੇਸ਼ਵਰ ਜੀ ਤੁਹਾਡੀ ਮਦਦ ਕਰਨਗੇ। ਸਗੋਂ ਉਹਨਾਂ ਵੈਰੀਆਂ ਨੂੰ ਵੀ ਖਤਮ ਕਰਨ ਦੇ ਵਿੱਚ ਜਿਹੜੇ ਸੰਸਾਰਕ ਆ, ਉਹਨਾਂ ਵੈਰੀਆਂ ਦੇ ਉੱਤੇ ਫਤਿਹ ਪਾਉਣ ਵਿੱਚ ਵੀ ਪਰਮੇਸ਼ਵਰ ਤੁਹਾਡੀ ਬਹੁਤ ਮਦਦ ਕਰਨਗੇ ਜਿਹੜੇ ਸੰਸਾਰ ਦੇ ਵਿੱਚ ਆ, ਪਰ ਉਦੋਂ ਜਦੋਂ ਤੁਹਾਡੇ ਅੰਦਰਲੇ ਵੈਰੀ ਖਤਮ ਕਰਨ ਦੇ ਵਿੱਚ ਤੁਸੀਂ ਖੜੇ ਹੋਵੋਗੇ। ਦੇਖੋ ਵਚਨ ਦੇ ਵਿੱਚ ਲਿਖਿਆ ਆ, ਤੂੰ ਚੁੱਪ ਹੀ ਰਹਿ, ਤੇਰੀਆਂ ਲੜਾਈਆਂ ਮੈਂ ਲੜਾਂਗਾ। ਇਸ ਲਈ ਅਸੀਂ ਉਹਨਾਂ ਲੜਾਈਆਂ ਦੇ ਵਿੱਚ ਚੁੱਪ ਰਹਿਣਾ ਆ ਜਿਹੜੀਆਂ ਲੜਾਈਆਂ ਸੰਸਾਰਕ ਆ, ਪਰ ਕੁਝ ਲੜਾਈਆਂ ਇਹੋ ਜਿਹੀਆਂ ਵੀ ਆ ਜਿਹੜੀਆਂ ਤੁਹਾਨੂੰ ਲੜਨੀਆਂ ਪੈਣੀਆਂ ਆ, ਤੁਹਾਨੂੰ ਖੜੇ ਹੋਣਾ ਪੈਣਾ ਆ ਔਰ ਪਰਮੇਸ਼ਵਰ ਤੁਹਾਨੂੰ ਉਹ ਲੜਾਈਆਂ ਲੜਨ ਦਾ ਬਲ ਦੇਣਗੇ। ਕਿਉਂਕਿ ਜੇ ਆਪਾਂ ਜ਼ਬੂਰਾਂ ਦੇ ਵਿੱਚ ਦੇਖੀਏ ਤੇ ਉੱਥੇ ਲਿਖਿਆ ਆ, ਕਹਿੰਦਾ ਤੂੰ ਮੇਰੀਆਂ ਉਂਗਲੀਆਂ ਨੂੰ ਯੁੱਧ ਕਰਨਾ ਸਿਖਾਉਣਾ ਆ ਔਰ ਤੂੰ ਮੇਰੇ ਲੱਕ ਨੂੰ ਬਲ ਨਾਲ ਕੱਸਦਾ ਆ, ਤੇ ਮੈਂ ਇੱਕ ਜਥੇ ਦੇ ਵਿੱਚੋਂ ਦੀ ਵੀ ਲੰਘ ਜਾਵਾਂ ਤੇ ਮੈਂ ਆਸਵੰਤ ਹੋਵਾਂਗਾ, ਮੈਂ ਤੇਰੇ ਬਲ ਨਾਲ ਕੰਧ ਨੂੰ ਵੀ ਟੱਪ ਜਾਵਾਂਗਾ। ਵੈਰੀ ਨੂੰ ਮੈਂ ਪਾੜ ਸਿੱਟਿਆ, ਵੈਰੀ ਨੂੰ ਮੈਂ ਵੱਢ ਸਿੱਟਿਆ। ਬਹੁਤ ਜਗ੍ਹਾ ਤੇ ਇਦਾਂ ਇਸ ਜਿਹੜੀਆਂ ਵਰਡਸ ਆ ਇਦਾਂ ਦੇ ਇਹ ਲਿਖੇ ਹੋਏ ਆ। ਸੋ ਅਸੀਂ ਅੰਡਰਸਟੈਂਡ ਕਰਨਾ ਹੈ ਕਿ ਕਿਹੜੀਆਂ ਲੜਾਈਆਂ ਅਸੀਂ ਲੜਨੀਆਂ, ਕਿਹੜੀਆਂ ਲੜਾਈਆਂ ਸਾਡੀਆਂ ਪਰਮੇਸ਼ਵਰ ਜੀ ਨੇ ਲੜਨੀਆਂ ਔਰ ਕਿੱਦਾਂ ਅਸੀਂ ਪਰਮੇਸ਼ਵਰ ਨੂੰ ਆਪਣੀਆਂ ਲੜਾਈਆਂ ਲੜਨ ਦੀ ਰਿਕੁਐਸਟ ਕਰਨੀ ਆ, ਤਾਂ ਜੋ ਅਸੀਂ ਆਪਣੇ ਹਰ ਪ੍ਰਕਾਰ ਦੇ ਵੈਰੀਆਂ ਤੋਂ ਜਿਹੜਾ ਆ ਉਹ ਜਿੱਤ ਪ੍ਰਾਪਤ ਕਰ ਸਕੀਏ। ਹਾਲੇਲੂਇਆ। ਸੋ ਫਸਟ ਆਫ ਆਲ ਸਾਨੂੰ ਸਭ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ ਕਿ ਸਾਡੇ ਅੰਦਰ ਕਿੰਨੇ ਵੈਰੀ ਆ ਔਰ ਕਿੱਦਾਂ ਦੇ ਵੈਰੀ ਆ ਉਹ। ਅਗਰ ਅਸੀਂ ਉਹ ਸਮਝਣ ਦੇ ਵਿੱਚ ਕਾਮਯਾਬ ਹੋ ਗਏ, ਫਿਰ ਅਸੀਂ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ। ਮੈਂ ਇਦਾਂ ਕਹਿੰਦੀ ਹੁੰਦੀ ਵੀ ਜਿਹੜੇ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਹੀ ਦੁਸ਼ਟ ਆਤਮੇ ਸਮਝਦੇ ਆ, ਉਹਨਾਂ ਲੋਕਾਂ ਨੂੰ ਦੁਸ਼ਟ ਆਤਮਾ ਦੇ ਜਕੜੇ ਸਮਝਦੇ ਆ ਜਿਹੜੇ ਚੀਕਾਂ ਮਾਰਦੇ ਆ, ਜਿਹੜੇ ਰੋਲਿੰਗ ਕਰਦੇ ਆ, ਜਿਹੜੇ ਸ਼ਾਊਟ ਕਰਦੇ ਆ। ਪਰ ਬਹੁਤ ਜ਼ਿਆਦਾ ਲੋਕ ਆ ਜਿਹੜੇ ਐਕਚੁਅਲ ਦੇ ਵਿੱਚ ਦੁਸ਼ਟ ਆਤਮਿਆਂ ਦੇ ਪ੍ਰਭਾਵ ਦੇ ਹੇਠ ਆ, ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਦੁਸ਼ਟ ਆਤਮਿਆਂ ਦੇ ਪ੍ਰਭਾਵ ਦੇ ਹੇਠ ਆ। ਔਰ ਉਹ ਸਾਨੂੰ ਸਮਝ ਆ ਜਾਏ, ਉਹ ਸਾਨੂੰ ਪਹਿਚਾਣ ਆ ਜਾਏ ਕਿ ਸਾਡੀ ਲਾਈਫ ਦੇ ਵਿੱਚ ਕੌਣ ਕੰਮ ਕਰ ਰਿਹਾ, ਹੋਲੀ ਸਪਿਰਿਟ ਕੰਮ ਕਰ ਰਿਹਾ ਕਿ ਈਵਲ ਸਪਿਰਿਟ ਕੰਮ ਕਰ ਰਿਹਾ,
ਤਾਂ ਫਿਰ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਡਿਲੀਵਰ ਹੋਣਾ। ਇੱਕ ਇਨਸਾਨ ਆ ਉਹ ਸ਼ਾਊਟ ਕਰਦਾ ਆ ਜਾਂ ਕੋਈ ਚੀਜ਼ਾਂ ਦੀ ਤੋੜ ਭੰਨ ਕਰਦਾ ਆ, ਉਹਨੂੰ ਤੁਸੀਂ ਈਜ਼ੀਲੀ ਸਮਝ ਲਿਆ ਔਰ ਤੁਸੀਂ ਉਹਨੂੰ ਚਰਚ ਦੇ ਵਿੱਚ ਲੈ ਕੇ ਆਏ, ਪਾਸਟਰ ਨੇ ਪ੍ਰੇਅਰ ਕੀਤੀ, ਸਾਰਾ ਕੁਝ ਹੋਇਆ ਤੇ ਉਹ ਡਿਲੀਵਰ ਵੀ ਹੋ ਗਿਆ, ਕਿਉਂਕਿ ਉਸ ਬੰਦੇ ਨੇ ਵੀ ਸਮਝਿਆ ਆ ਇਸ ਚੀਜ਼ ਨੂੰ ਕਿ ਮੈਂ ਦੁਸ਼ਟ ਆਤਮਾ ਦੇ ਪ੍ਰਭਾਵ ਹੇਠ ਆ, ਔਰ ਦੇਖਣ ਵਾਲਿਆਂ ਨੇ ਵੀ ਸਮਝਿਆ। ਪਰ ਖਤਰਨਾਕ ਸਥਿਤੀ ਤਾਂ ਉੱਥੇ ਬਣਦੀ ਆ ਜਿੱਥੇ ਨਾ ਤਾਂ ਤੁਸੀਂ ਖੁਦ ਸਮਝ ਰਹੇ ਆ, ਨਾ ਦੇਖਣ ਵਾਲੇ ਨੂੰ ਸਮਝ ਆ ਰਹੀ ਹੈ ਕਿ ਤੁਸੀਂ ਦੁਸ਼ਟ ਆਤਮਾ ਦੇ ਪ੍ਰਭਾਵ ਹੇਠ ਆ। ਤੇ ਫਿਰ ਉੱਥੇ ਉਹ ਬਿਮਾਰੀ ਜਿਹੜੀ ਨਜ਼ਰ ਨਾ ਆਏ, ਉਹ ਬਿਮਾਰੀ ਜਿਹਦੀ ਜਿਸਮ ਦੇ ਵਿੱਚ ਕਦੀ ਦਰਦ ਨਾ ਪਵੇ, ਉਹ ਜਦੋਂ ਨਿਕਲਦੀ ਆ ਨਾ ਤੇ ਫਿਰ ਉਹ ਲਾ ਇਲਾਜ ਬਿਮਾਰੀ ਬਣ ਕੇ ਨਿਕਲਦੀ, ਉਹ ਕੈਂਸਰ ਬਣ ਕੇ ਨਿਕਲਦੀ ਆ। ਪਰ ਜਦੋਂ ਸਿਰ ਦੁਖਦਾ ਆ ਜਾਂ ਹੋਰ ਕੋਈ ਚੀਜ਼ਾਂ ਜਿਹੜੀਆਂ ਸ਼ੁਰੂ 'ਚ ਹੀ ਪਕੜ ਦੇ ਵਿੱਚ ਆ ਜਾਂਦੀਆਂ ਆ, ਉਹ ਜਲਦੀ ਠੀਕ ਹੋ ਜਾਂਦੀਆਂ ਆ। ਤੇ ਮੇਰੇ ਕਹਿਣ ਦਾ ਮਤਲਬ ਆ ਕਿ ਸਾਡੇ ਜੀਵਨ ਦੇ ਅੰਦਰ ਕ੍ਰੋਧ ਇਹ ਕਿਹਦਾ ਫਰੂਟ ਆ? ਕੀ ਇਹ ਪਰਮੇਸ਼ਵਰ ਦਾ ਫਰੂਟ ਆ? ਨਾਰਾਜ਼ਗੀ, ਈਰਖਾ, ਲਾਲਚ, ਵਿਭਚਾਰ, ਅਣਆਗਿਆਕਾਰੀ, ਗਲਤ ਚੀਜ਼ਾਂ ਵੱਲ ਨੂੰ ਸਾਡੇ ਖਿਆਲ ਦਾ ਹੋਣਾ, ਗਲਤ ਚੀਜ਼ਾਂ ਚੰਗੀਆਂ ਲੱਗਣੀਆਂ, ਗਲਤ ਚੀਜ਼ਾਂ ਦੇਖਣ ਨੂੰ ਦਿਲ ਕਰਨਾ, ਗਲਤ ਗੱਲਾਂ ਬੋਲਣ ਦਾ ਦਿਲ ਕਰਨਾ, ਗਲਤ ਸੰਗੀਤ ਸੁਣਨ ਦਾ ਦਿਲ ਕਰਨਾ, ਪ੍ਰਾਰਥਨਾ ਕਰਨ ਦਾ ਦਿਲ ਨਾ ਕਰਨਾ, ਵਚਨ ਪੜਨ ਦਾ ਦਿਲ ਨਾ ਕਰਨਾ, ਵਚਨ ਸੁਣਨ ਦਾ ਦਿਲ ਨਾ ਕਰਨਾ, ਕਿਸੇ ਉਸ ਬੰਦੇ ਦੇ ਲਾਗੇ ਬੈਠਣਾ ਚੰਗਾ ਨਾ ਲੱਗਣਾ ਜਿਹੜਾ ਪਰਮੇਸ਼ਵਰ ਦੀ ਗੱਲ ਕਰੇ, ਪਰ ਉਹਦੇ ਲਾਗੇ ਬੈਠਣ ਦਾ ਦਿਲ ਕਰੇ ਜਿਹੜਾ ਸੰਸਾਰ ਦੀਆਂ ਗੱਲਾਂ ਕਰੇ, ਜਿਹੜਾ ਵਿਭਚਾਰ ਵਾਲੀਆਂ ਗੱਲਾਂ ਕਰੇ, ਜਿਹੜਾ ਚੁਗਲੀ ਨਿੰਦਿਆ ਕਰੇ। ਤਾਂ ਤੁਸੀਂ ਇਸ ਚੀਜ਼ ਤੋਂ ਅੰਡਰਸਟੈਂਡ ਕਰ ਸਕਦੇ ਕਿ ਤੁਸੀਂ ਕਿਹਦੇ ਪ੍ਰਭਾਵ ਹੇਠ ਆ। ਅਗਰ ਤੁਹਾਡਾ ਵਚਨ ਪੜਨ ਨੂੰ ਦਿਲ ਨਹੀਂ ਕਰ ਰਿਹਾ, ਵਚਨ ਸੁਣਨ ਨੂੰ ਦਿਲ ਨਹੀਂ ਕਰਦਾ, ਵਚਨ ਸਮਝਣ ਨੂੰ ਦਿਲ ਨਹੀਂ ਕਰਦਾ, ਪ੍ਰਾਰਥਨਾ 'ਚ ਬੈਠਣ ਨੂੰ ਦਿਲ ਨਹੀਂ ਕਰਦਾ, ਪਰਮੇਸ਼ਵਰ ਦੇ ਬਾਰੇ 'ਚ ਨਾ ਗੱਲ ਕਰਨ ਨੂੰ ਦਿਲ ਕਰਦਾ, ਨਾ ਗੱਲ ਸੁਣਨ ਨੂੰ ਦਿਲ ਕਰਦਾ, ਤਾਂ ਫਿਰ ਤੁਸੀਂ ਸਮਝ ਲਓ ਕਿ ਤੁਸੀਂ ਦੁਸ਼ਟ ਆਤਮਾ ਦੇ ਪ੍ਰਭਾਵ ਦੇ ਹੇਠ ਆ। ਔਰ ਉਹ ਕਿਤੇ ਨਾ ਕਿਤੇ ਤੁਹਾਡੀ ਲਾਈਫ ਦੇ ਵਿੱਚ ਕੰਮ ਕਰ ਰਿਹਾ ਹੈ। ਬੇਸ਼ੱਕ ਤੁਸੀਂ ਚੀਕਾਂ ਨਹੀਂ ਮਾਰ ਰਹੇ, ਬੇਸ਼ੱਕ ਤੁਸੀਂ ਕੋਈ ਵੀ ਚੀਜ਼ ਨਹੀਂ ਤੋੜ ਰਹੇ, ਪਰ ਅਗਰ ਤੁਸੀਂ ਬਿਲਕੁਲ ਇਹਦੇ ਆਪੋਜ਼ਿਟ ਆ, ਤੁਹਾਡਾ ਦਿਲ ਕਰਦਾ ਕਿ ਤੁਸੀਂ ਪ੍ਰਾਰਥਨਾ ਕਰੋ, ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰੇ, ਤੁਹਾਡੇ ਅੰਦਰ ਇੱਕ ਪ੍ਰੇਮ ਆ, ਭੁੱਖ ਤੇ ਪਿਆਸ ਆ ਸਪਿਰਿਚੁਅਲੀ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਦੇ ਵਚਨ ਦੇ ਲਈ, ਪਾਕ ਰੂਹ ਦੇ ਲਈ, ਪ੍ਰਭੂ ਯਿਸੂ ਮਸੀਹ ਜੀ ਦੇ ਲਈ, ਫਿਰ ਤੁਸੀਂ ਹੋਲੀ ਸਪਿਰਿਟ ਦੇ ਅੰਡਰ ਜਿਹੜਾ ਆ ਉਹ ਜਾ ਰਹੇ ਆ। ਅਗਰ ਤੁਹਾਨੂੰ ਹਰ ਗੱਲ ਤੇ ਗੁੱਸਾ ਆਉਂਦਾ ਆ, ਹਰ ਗੱਲ ਤੇ ਦਿਲ ਕਰਦਾ ਮੈਂ ਕਿਸੇ ਦਾ ਗਲਾ ਘੁੱਟਦਾ, ਕਿਸੇ ਦਾ ਸਿਰ ਪਾੜ ਦੇਵਾਂ, ਹਰ ਗੱਲ ਤੇ ਲੱਗਦਾ ਕੋਈ ਮੇਰੇ ਨਾਲ ਗੱਲ ਨਾ ਕਰੇ, ਹਰ ਗੱਲ ਤੇ ਲੱਗਦਾ ਇਹਨੇ ਕਿਉਂ ਇਦਾਂ ਕੀਤਾ, ਇਹਨੂੰ ਮੇਰੇ ਹਿਸਾਬ ਨਾਲ ਚੱਲਣਾ ਚਾਹੀਦਾ ਸੀ, ਇਹਨੂੰ ਮੇਰੇ ਕੋਲੋਂ ਪੁੱਛ ਕੇ ਚੱਲਣਾ ਚਾਹੀਦਾ ਸੀ, ਇਹਨੇ ਮੈਨੂੰ ਦੱਸਿਆ ਕਿਉਂ ਨਹੀਂ। ਮਤਲਬ ਹਰ ਚੀਜ਼ ਨੂੰ ਤੁਸੀਂ ਅਗਰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਇਹ ਸੁਭਾਅ ਸ਼ੈਤਾਨ ਦਾ ਆ, ਕਿਉਂਕਿ ਉਹ ਹਰ ਚੀਜ਼ ਨੂੰ ਆਪਣੇ ਹੀ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ ਆ। ਸ਼ੈਤਾਨ ਦਾ ਸੁਭਾਅ ਆ ਕਿ ਉਹ ਗੁਲਾਮ ਬਣਾਵੇ, ਚਾਹੇ ਕੋਈ ਛੋਟਾ ਆ, ਚਾਹੇ ਕੋਈ ਵੱਡਾ ਆ, ਚਾਹੇ ਕੋਈ ਬਜ਼ੁਰਗ ਆ, ਚਾਹੇ ਕੋਈ ਨੌਜਵਾਨ ਆ। ਉਹ ਚਾਹੁੰਦਾ ਕਿ ਹਰ ਕੋਈ ਉਹਦਾ ਗੁਲਾਮ ਹੋਏ, ਹਰ ਕੋਈ ਉਹਦੇ ਕੋਲੋਂ ਪੁੱਛ ਕੇ ਚੱਲੇ, ਹਰ ਕੋਈ ਜੋ ਵੀ ਕਰੇ ਉਹਦੇ ਅਨੁਸਾਰ ਕਰੇ, ਉਹਦੀ ਇੱਛਾ ਦੇ ਅਨੁਸਾਰ ਹੋਏ। ਅਗਰ ਤੁਹਾਡਾ ਵੀ ਇਹੀ ਨੇਚਰ ਆ ਕਿ ਸਾਰੀਆਂ ਚੀਜ਼ਾਂ, ਤੁਹਾਡਾ ਆਂਢ ਗੁਆਂਢ ਵੀ ਤੁਹਾਡੇ ਕੰਟਰੋਲ 'ਚ ਹੋਏ, ਜਿੱਦਾਂ ਤੁਸੀਂ ਚਾਹੋ ਉੱਦਾਂ ਚੱਲੋ, ਬਾਕੀ ਵੀ ਤੁਹਾਡੀ ਫੈਮਿਲੀ ਦੀ ਆਪਣੀ ਕੋਈ ਵਿਸ਼ ਨਾ ਹੋਏ, ਬਸ ਸਿਰਫ ਉਹ ਤੁਹਾਡੀ ਇੱਛਾ ਦੇ ਅਨੁਸਾਰ ਚੱਲਣ, ਤਾਂ ਤੁਸੀਂ ਸੇਮ ਉਸੇ ਫਰੂਟ ਦੇ ਹੇਠ ਹੋ, ਤੁਸੀਂ ਉਸੇ ਸੁਭਾਅ ਦੇ ਹੇਠ ਹੋ ਜੋ ਵੈਰੀ ਦਾ ਹੈ। ਪਰ ਪਰਮੇਸ਼ਵਰ ਦਾ ਸੁਭਾਅ ਆ ਡਿਲੀਵਰੈਂਸ ਦਾ। ਵਚਨ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਤੁਹਾਨੂੰ ਆਜ਼ਾਦੀ ਲਈ ਆਜ਼ਾਦ ਕਰਨ ਆਇਆ ਹਾਂ। ਉਹਨੇ ਸਾਨੂੰ ਸੋਚਣ ਦੀ ਆਜ਼ਾਦੀ ਦਿੱਤੀ, ਉਹਨੇ ਸਾਨੂੰ ਜੀਣ ਦੀ ਆਜ਼ਾਦੀ ਦਿੱਤੀ, ਉਹਨੇ ਸਾਨੂੰ ਰਹਿਣ ਦੀ ਆਜ਼ਾਦੀ ਦਿੱਤੀ, ਉਹਨੇ ਸਾਨੂੰ ਬੰਧਨਾਂ ਤੋਂ ਆਜ਼ਾਦੀ ਦਿੱਤੀ, ਪਾਪ ਤੋਂ ਆਜ਼ਾਦੀ ਦਿੱਤੀ, ਦੁਸ਼ਟ ਦੀਆਂ ਸਾਰੀਆਂ ਕੰਮਾਂ ਤੋਂ ਆਜ਼ਾਦੀ ਦਿੱਤੀ ਹੈ, ਬੁਰਾਈ ਤੋਂ ਆਜ਼ਾਦੀ ਦਿੱਤੀ ਹੈ, ਇੱਥੋਂ ਤੱਕ ਕਿ ਸਾਨੂੰ ਮੌਤ ਤੋਂ ਆਜ਼ਾਦ ਕੀਤਾ ਹੈ। ਆਤਮਿਕ ਮੌਤ ਦੀ ਮੈਂ ਗੱਲ ਕਰਦੀ ਹਾਂ। ਤਾਂ ਅਸੀਂ ਸਮਝਣਾ ਆ ਇਸ ਚੀਜ਼ ਨੂੰ ਕਿ ਅਸੀਂ ਉਹਨਾਂ ਦੁਸ਼ਟ ਆਤਮਿਆਂ ਤੋਂ ਆਜ਼ਾਦ ਹੋਣਾ ਆ ਜਿਹੜੇ ਸਾਡੇ ਅੰਦਰੋਂ ਦੀ ਕੰਮ ਕਰ ਰਹੇ ਆ ਪਰ ਸਾਨੂੰ ਨਜ਼ਰ ਨਹੀਂ ਆ ਰਹੇ, ਜਿਨ੍ਹਾਂ ਤੋਂ ਅਸੀਂ ਅਣਜਾਣ ਆ। ਹੁਣ ਅਸੀਂ ਉਹਨਾਂ ਦੁਸ਼ਟ ਆਤਮਿਆਂ ਦੇ ਕੰਮਾਂ ਦੀ ਲਿਸਟ ਬਣਾਉਣੀ ਆ ਔਰ ਇੱਕ ਇੱਕ ਕਰਕੇ ਅਸੀਂ ਉਹਨਾਂ ਦੁਸ਼ਟ ਆਤਮਿਆਂ ਨੂੰ ਐਵਰੀਡੇ ਰਿਬਿਊਕ ਕਰੋ, ਉਹਨਾਂ ਨੂੰ ਝੜਕੋ, ਉਹਨਾਂ ਨੂੰ ਕੱਢੋ,
मैं अपने गुस्से नूं कहना प्रभु यीशु मसीह जी दे नाम च मेरे जीवन चों बाहर जाए। मैं अपने लालच नूं कहंदा प्रभु यीशु मसीह जी दे नाम च मेरे जीवन चों बाहर निकल जाए। लालच दा गंदा स्पिरिट, गुस्से दा गंदा स्पिरिट, विचार दा गंदा स्पिरिट, जो कुछ भी ਤੁਸੀਂ ਜਦੋਂ ਸਮਝਣ ਦੀ ਕੋਸ਼ਿਸ਼ ਕਰੋਗੇ ਨਾ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਬੈਠ ਕੇ, ਤੁਹਾਨੂੰ ਸਮਝ ਆਊਗਾ, ਤੁਹਾਨੂੰ ਨਜ਼ਰ ਆਊਗਾ, ਔਰ ਜ਼ਰੂਰ ਪ੍ਰਭੂ ਦਾ ਆਤਮਾ ਤੁਹਾਡੇ ਉੱਤੇ ਪ੍ਰਗਟ ਕਰੂਗਾ। ਔਰ ਫਿਰ ਤੁਸੀਂ ਉਹਨਾਂ ਦੁਸ਼ਟ ਆਤਮੇ ਨੂੰ ਜਦੋਂ ਆਪਣੇ ਜੀਵਨ ਦੇ ਵਿੱਚੋਂ ਕੱਢੋਗੇ, ਔਰ ਜਦੋਂ ਨਿਕਲ ਜਾਣਗੇ, ਫਿਰ ਤੁਸੀਂ ਜਦੋਂ ਪ੍ਰਾਰਥਨਾ ਕਰੋਗੇ, ਤੁਹਾਨੂੰ ਆਨੰਦ ਆਊਗਾ ਪ੍ਰਾਰਥਨਾ ਕਰਨ ਦਾ। ਤੁਹਾਨੂੰ ਪਰਮੇਸ਼ਵਰ ਦੇ ਵਿੱਚ ਪ੍ਰੈਜ਼ੈਂਸ ਦੇ ਵਿੱਚ ਬੈਠਣ ਦਾ ਆਨੰਦ ਜਿਹੜਾ ਆ ਉਹ ਮਹਿਸੂਸ ਹੋਊਗਾ ਕਿ ਹਾਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਕੀ ਆ। ਅਦਰਵਾਈਜ਼ ਉਨੀ ਦੇਰ ਤੱਕ ਉਹਨਾਂ ਨੇ ਤੁਹਾਨੂੰ ਪਰਮੇਸ਼ਵਰ ਦੀ ਪ੍ਰੈਜ਼ੈਂਸ ਫੀਲ ਹੀ ਨਹੀਂ ਹੋਣ ਦੇਣੀ। ਤੁਸੀਂ ਬੈਠਣਾ ਆ, ਤੁਹਾਡਾ ਧਿਆਨ ਕਿਧਰੇ ਕਿਧਰੇ ਭੱਜਿਆ ਫਿਰਨਾ ਆ, ਤੁਹਾਡਾ ਬੈਠਣ ਨੂੰ ਹੀ ਪਹਿਲਾਂ ਦਿਲ ਨਹੀਂ ਕਰਦਾ। ਬੈਠਣਾ ਤੇ ਲੱਤਾਂ ਦਰਦ, ਬੈਠਣਾ ਤੇ ਲੱਕ ਦਰਦ, ਬੈਠਣਾ ਤੇ ਨੀਂਦ ਆਉਣੀ, ਬੈਠਣਾ ਤੇ ਅੱਖਾਂ 'ਚੋਂ ਪਾਣੀ ਆਈ ਜਾਣਾ, ਉਬਾਸੀਆਂ ਆਈ ਜਾਣੀਆਂ। ਉਹਨੇ ਤੁਹਾਨੂੰ ਇੰਨਾ ਬੌਦਰ ਕਰਨਾ ਕਿ ਤੂੰ ਪ੍ਰਾਰਥਨਾ ਨਾ ਕਰ। ਪਰ ਤੁਸੀਂ ਟੈਲੀਵਿਜ਼ਨ ਲਗਾਓਗੇ, ਤੁਸੀਂ ਕੋਈ ਸੀਰੀਅਲ ਦੇਖੋਗੇ, ਤੁਸੀਂ ਉਦੋਂ ਤੁਹਾਨੂੰ ਕੋਈ ਨੀਂਦ ਨਹੀਂ ਆਉਣੀ, ਕੋਈ ਉਬਾਸੀਆਂ ਨਹੀਂ ਆਉਣੀਆਂ। ਇਹ ਹੈ ਸਪਿਰਿਚੁਅਲ ਵਾਰਫੇਅਰ। ਇਹੀ ਆ ਸਾਡੀ ਅਸਲੀ ਲੜਾਈ। ਵਚਨ ਦੇ ਵਿੱਚ ਲਿਖਿਆ ਲਹੂ ਮਾਸ ਦੇ ਨਾਲ ਨਹੀਂ ਆ, ਪਰ ਅੰਧਕੋੜ ਦੀ ਦੁਨੀਆ ਦੇ ਜਿਹੜੇ ਯੋਧੇ ਆ, ਮਹਾਰਾਜੇ ਆ, ਉਹਨਾਂ ਦੇ ਨਾਲ ਆ ਕਿ ਅਸੀਂ ਬੁਰਾਈ ਦੇ ਨਾਲ ਲੜ ਰਹੇ ਆ ਔਰ ਭਲਾਈ ਦੇ ਉੱਤੇ ਫਤਿਹ ਪਾਉਣੀ ਆ। ਹਾਲੇਲੂਇਆ। ਇਹ ਸਾਡੀ ਅਸਲੀ ਲੜਾਈ ਆ। ਬਾਕੀ ਜਿਹੜੀਆਂ ਤੁਹਾਡੀਆਂ ਲੜਾਈਆਂ ਆ ਉਹ ਤੁਸੀਂ ਪਰਮੇਸ਼ਵਰ ਨੂੰ ਦੇ ਦਿਓ। ਅਗਰ ਤੁਹਾਡੀ ਗੁਆਂਢੀਆਂ ਦੇ ਨਾਲ ਲੜਾਈ ਆ ਤਾਂ ਤੁਸੀਂ ਉਹਦੇ ਨਾਲ ਫਾਈਟ ਕਰਨਾ ਬੰਦ ਕਰੋ, ਉਹਦੇ ਨਾਲ ਲੜਾਈ ਕਰਨਾ ਬੰਦ ਕਰੋ। ਤੁਸੀਂ ਉਸ ਲੜਾਈ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿਓ। ਵਚਨ 'ਚ ਲਿਖਿਆ ਤੂੰ ਚੁੱਪ ਹੀ ਰਹਿ, ਤੇਰੀਆਂ ਲੜਾਈਆਂ ਮੈਂ ਲੜੂੰਗਾ। ਤਾਂ ਪਰਮੇਸ਼ਵਰ ਤੁਹਾਨੂੰ ਫਤਿਹ ਦੇਣਗੇ, ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਵੈਰੀਆਂ ਦੇ ਸਨਮੁਖ ਤੇਰੇ ਅੱਗੇ ਮੇਜ਼ ਵਿਛਾਵਾਂਗਾ। ਉਹ ਲੋਕ ਜਿਹੜੇ ਤੁਹਾਨੂੰ ਭੁੱਖਾ ਦੇਖਣਾ ਚਾਹੁੰਦੇ ਆ, ਪਰਮੇਸ਼ਵਰ ਉਹਨਾਂ ਦੇ ਸਾਹਮਣੇ ਤੁਹਾਨੂੰ ਰਜਾਉਣਗੇ। ਤੁਸੀਂ ਇਹ ਚਿੰਤਾ ਨਾ ਕਰੋ ਕਿ ਕੋਈ ਤੁਹਾਡੀ ਪਿੱਠ ਪਿੱਛੇ ਕੀ ਬੋਲ ਰਿਹਾ ਆ, ਪਰ ਤੁਸੀਂ ਇਸ ਚੀਜ਼ ਤੇ ਫੋਕਸ ਕਰੋ, ਇਸ ਚੀਜ਼ ਉੱਤੇ ਧਿਆਨ ਰੱਖੋ ਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਹਨਾਂ ਲੋਕਾਂ ਦੇ ਸਾਹਮਣੇ ਕਿਸ ਬਿੱਧ ਦੇ ਨਾਲ ਉੱਚਾ ਕਰਨ ਜਾ ਰਿਹਾ ਆ। ਹਾਲੇਲੂਇਆ। ਸੋ ਇਸ ਲਈ ਵਰਿਡ ਨਾ ਹੋਵੋ, ਇਸ ਲਈ ਚਿੰਤਿਤ ਨਾ ਹੋਵੋ ਕਿ ਲੋਕੀ ਮੇਰੇ ਬਾਰੇ 'ਚ ਕੀ ਬੋਲਦੇ ਆ, ਪਰ ਇਸ ਲਈ ਆਨੰਦਿਤ ਹੋਵੋ ਕਿ ਮੇਰਾ ਪਰਮੇਸ਼ਵਰ ਮੈਨੂੰ ਇਹਨਾਂ ਦੇ ਵਿੱਚ, ਇਹਨਾਂ ਦੇ ਸਨਮੁਖ, ਇਹੀ ਲੋਕਾਂ ਦੇ ਸਾਹਮਣੇ ਜਿਹੜੇ ਮੇਰੀ ਬੁਰਾਈ ਚਾਹੁੰਦੇ, ਇਹੀ ਲੋਕ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਆ, ਮੇਰਾ ਪਰਮੇਸ਼ਵਰ ਮੈਨੂੰ ਇਹਨਾਂ ਦੇ ਵਿੱਚ ਉੱਚਾ ਕਰਨ ਜਾ ਰਿਹਾ। ਅਰੇ ਇਹ ਲੋਕ ਜਿਹੜੇ ਅੱਜ ਇਦਾਂ ਕਰਕੇ ਹੱਸਦੇ ਆ, ਕੱਲ ਨੂੰ ਇਦਾਂ ਕਰਕੇ ਚੁੱਪ ਹੋ ਜਾਣਗੇ। ਉਹ ਆਪਣੇ ਮੂੰਹ ਨੂੰ ਆਪਣੇ ਹੱਥ ਨਾਲ ਢੱਕ ਲੈਣਗੇ। ਵਚਨ 'ਚ ਲਿਖਿਆ ਉਹ ਨਾ ਹੋਇਆ ਜਾਏ ਹੋ ਕੇ ਨਾਸ਼ ਹੋਣਗੇ, ਤੁਹਾਡੇ ਵੈਰੀ ਨਮੋਸ਼ੀ ਨੂੰ ਪਾ ਲੈਣਗੇ। ਤਾਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ। ਕਹਿੰਦਾ ਨਾ ਡਰ, ਨਾ ਘਬਰ, ਮੈਂ ਤੇਰਾ ਪਰਮੇਸ਼ਵਰ ਚੋਂ, ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ। ਔਰ ਕੱਲ ਵੀ ਆਪਾਂ ਵਚਨ 'ਚੋਂ ਸਿੱਖਿਆ ਸੀਗਾ ਕਿ ਵੇਅਰ ਐਵਰ ਯੂ ਗੋ, ਪਰਮੇਸ਼ਵਰ ਤੁਹਾਡੇ ਨਾਲ ਜਾਵੇਗਾ। ਪ੍ਰਭੂ ਨੇ ਕਿਹਾ ਆ ਆਈ ਵਿਲ ਗੋ ਵਿਦ ਯੂ, ਮੈਂ ਤੇਰੇ ਨਾਲ ਜਾਊਂਗਾ ਜਿੱਥੇ ਵੀ ਤੂੰ ਜਾਵੇਂਗਾ। ਸੋ ਜਿੱਥੇ ਵੀ ਪਰਮੇਸ਼ਵਰ ਜੀ ਨਾਲ ਜਾਣਗੇ ਤੁਹਾਨੂੰ ਉੱਥੇ ਫਤਿਹ ਮਿਲਣੀ ਆ, ਫਤਿਹ ਮਿਲਣੀ ਆ। ਔਰ ਉਹ ਲੜਾਈਆਂ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਆਪਣੀਆਂ ਕਮਜ਼ੋਰੀਆਂ ਨਾਲ ਲੜਨੀਆਂ, ਉਹਨਾਂ ਦੇ ਵਿੱਚ ਵੀ ਤੁਹਾਨੂੰ ਪਰਮੇਸ਼ਵਰ ਦੀ ਸਟਰੈਂਥ ਦੀ ਜ਼ਰੂਰਤ ਆ। ਤੁਸੀਂ ਮੰਗੋ ਪਰਮੇਸ਼ਵਰ ਤੋਂ ਕਿ ਪ੍ਰਭੂ ਮੈਨੂੰ ਸਟਰੈਂਥ ਦਿਓ, ਪਾਕ ਰੂਹ ਦੀ ਸਟਰੈਂਥ ਦਿਓ। ਪ੍ਰਭੂ ਮੇਰੇ ਸੁਭਾਅ ਦੇ ਵਿੱਚ ਬਦਲਾਵ ਆਏ। ਪ੍ਰਭੂ ਮੈਨੂੰ ਲਾਲਚ ਨਹੀਂ, ਪਰ ਮੈਨੂੰ ਸੰਤੋਖ ਮਿਲੇ, ਸੈਟਿਸਫੈਕਸ਼ਨ ਮਿਲੇ, ਸੰਤੁਸ਼ਟੀ ਮਿਲੇ। ਪ੍ਰਭੂ ਮੈਂ ਅਣਆਗਿਆਕਾਰੀ ਵਿੱਚ ਨਾ ਚੱਲਾਂ, ਪਰ ਮੈਨੂੰ ਆਗਿਆਕਾਰੀ ਕਰਨਾ ਸਿਖਾਓ। ਪ੍ਰਭੂ ਜੀ ਮੈਂ ਗੱਲ ਉੱਤੇ ਗੁੱਸਾ ਨਾ ਹੋਵਾਂ, ਪਰ ਹਰ ਗੱਲ ਦੇ ਉੱਤੇ ਮੈਂ ਕਿੱਦਾਂ ਕਿਸੇ ਨੂੰ ਪ੍ਰੇਮ ਨਾਲ ਜਿੱਤ ਲਵਾਂ, ਮੈਨੂੰ ਪ੍ਰਭੂ ਤੁਹਾਡਾ ਆਤਮਾ ਸਿਖਾਵੇ। ਮੇਰੇ ਪਿਤਾ ਪਰਮੇਸ਼ਵਰ ਮੇਰੇ ਅੰਦਰੋਂ ਕਾਹਲੀ ਦਾ ਆਤਮਾ ਜਾਏ ਤੇ ਸਬਰ ਦਾ ਆਤਮਾ ਆ ਜਾਏ। ਹੋਰ ਬਹੁਤ ਸਾਰੀਆਂ ਚੀਜ਼ਾਂ ਕਿ ਮੈਂ ਗੈਰ ਜ਼ਿੰਮੇਵਾਰ ਨਾ ਹੋਵਾਂ, ਪਰ ਮੈਂ ਜ਼ਿੰਮੇਵਾਰੀ ਦੇ ਨਾਲ ਚੱਲਾਂ, ਮੈਂ ਵਫਾਦਾਰੀ ਦੇ ਨਾਲ ਚੱਲਾਂ, ਇਮਾਨਦਾਰੀ ਦੇ ਨਾਲ ਚੱਲਾਂ। ਤਾਂ ਉਹ ਚੀਜ਼ਾਂ ਪਰਮੇਸ਼ਵਰ ਤੋਂ ਮੰਗੋ, ਰੂਹ ਦੇ ਫਲ ਮੰਗੋ। ਔਰ ਇਹਨਾਂ ਸਾਰੇ ਜਿਹੜੀਆਂ ਸ਼ੈਤਾਨ ਦੀਆਂ ਚੀਜ਼ਾਂ ਆ, ਅਣਆਗਿਆਕਾਰੀ, ਲੋਭ, ਹੰਕਾਰ, ਉਹਨਾਂ ਸਾਰੀਆਂ ਚੀਜ਼ਾਂ ਚੋਂ ਛੁੱਟਣ ਦੇ ਲਈ ਵੀ ਤੁਹਾਨੂੰ ਪਰਮੇਸ਼ਵਰ ਦੀ ਮਦਦ ਦੀ ਜ਼ਰੂਰਤ। ਔਰ ਪਰਮੇਸ਼ਵਰ ਹੀ ਤੁਹਾਨੂੰ ਫਤਿਹ ਦੇ ਸਕਦੇ। ਪਰ ਉਹਨਾਂ ਨੂੰ ਜਿਹੜੇ ਕਹਿਣਗੇ ਕਿ ਪ੍ਰਭੂ ਆਓ ਸਾਡੀਆਂ ਲੜਾਈਆਂ ਲੜੋ, ਪ੍ਰਭੂ ਸਾਡੀਆਂ ਆਤਮਿਕ ਲੜਾਈਆਂ ਲੜੋ, ਪ੍ਰਭੂ ਸਾਡੀਆਂ ਸਰੀਰਕ ਲੜਾਈਆਂ ਲੜੋ। ਔਰ ਫਿਰ ਤੁਸੀਂ ਕੰਪਲੀਟਲੀ ਡਿਪੈਂਡ ਕਰਨਾ ਪਰਮੇਸ਼ਵਰ ਦੇ ਉੱਤੇ ਕਿ ਪ੍ਰਭੂ ਮੈਂ ਸੰਪੂਰਨ ਤੌਰ ਤੇ, ਪ੍ਰਭੂ ਜੀ ਮੈਂ ਆਪਣੇ ਆਪ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦਾ ਆ। ਔਰ ਮੇਰੀ ਜ਼ਿੰਦਗੀ ਦੇ ਵਿੱਚ ਬਸ ਪ੍ਰਭੂ ਤੁਹਾਡੀ ਮਰਜ਼ੀ ਪੂਰੀ ਹੋ ਜਾਏ। ਔਰ ਫਿਰ ਤੁਸੀਂ ਦੇਖੋਗੇ, ਤੁਸੀਂ ਉਸ ਡਿਲੀਵਰੈਂਸ ਨੂੰ ਦੇਖੋਗੇ, ਚਾਹੇ ਉਹ ਕਿਸੇ ਵੀ ਚੀਜ਼ ਤੋਂ ਹੋਏ, ਨਸ਼ੇ ਤੋਂ ਹੋਏ ਜਾਂ ਕੁਛ ਵੀ ਆ, ਪਰਮੇਸ਼ਵਰ ਤੁਹਾਨੂੰ ਡਿਲੀਵਰ ਕਰਨਗੇ। ਸੋ ਅੱਜ ਦਾ ਇਹੀ ਵਚਨ ਆ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ
कि परमेश्वर साडियां लड़ाइयां लड़न वाला परमेश्वर आ। तुसीं अपणियां लड़ाइयां परमेश्वर दे उत्ते छड्ड दिओ तां जो परमेश्वर तुहाडीआं लड़ाइयां दे विच तुहानूं जिੱਤ बख्शण, क्योंकि कोई बैरी दी ताकत परमेश्वर नूं हरा नहीं सकदी। मनुख हार सकदा है पर परमेश्वर नहीं। इसलिए अपणियां लड़ाइयां परमेश्वर ते छड्डो और बाहरले वैरियां दे नाल लड़न तो पहलां अंदरले वैरियां दे उत्ते जिੱਤ प्राप्त करो, क्योंकि जदों जे वैरी घर दे विच ही होवे असीं पिंड दे विच किद्दां जिੱਤ सकदे हां? ਅਸੀਂ ਬਾਹਰਲੇ ਵੈਰੀਆਂ ਨੂੰ ਕਿੱਦਾਂ ਜਿੱਤ ਸਕਦੇ ਅਗਰ ਕੋਈ ਜੜਾਂ ਵੱਢਣ ਵਾਲਾ ਸਾਡੇ ਆਪਣੇ ਘਰ ਦੇ ਵਿੱਚ ਰਹਿੰਦਾ ਹੋਵੇ? ਤੇ ਇਸੇ ਤਰ੍ਹਾਂ ਅਗਰ ਸਾਡੇ ਅੰਦਰ ਵੈਰੀ ਆ ਜਿਹੜਾ ਸਾਨੂੰ ਅੰਦਰੋਂ ਅੰਦਰ ਖੋਖਲਾ ਕਰ ਰਿਹਾ ਹੈ, ਅੰਦਰੋਂ ਅੰਦਰ ਸਾਨੂੰ ਕਮਜ਼ੋਰ ਕਰ ਰਿਹਾ, ਤੇ ਅਸੀਂ ਕਿੱਦਾਂ ਬਲਵੰਤ ਹੋ ਸਕਦੇ ਹਾਂ? ਕਿੱਦਾਂ ਅਸੀਂ ਸਰੀਰਕ ਵੈਰੀਆਂ ਦੇ ਉੱਤੇ ਆਪਣੇ ਤੋਂ ਦੂਜੇ ਸਰੀਰ ਦੇ ਉੱਤੇ ਅਸੀਂ ਕਿੱਦਾਂ ਫਤਿਹ ਪਾ ਸਕਦੇ ਜੇ ਅਸੀਂ ਆਪਣੇ ਹੀ ਸਰੀਰ ਦੇ ਉੱਤੇ ਫਤਿਹ ਨਹੀਂ ਪਾਈ? ਤਾਂ ਇਸ ਲਈ ਸਾਨੂੰ ਪਹਿਲਾਂ ਲੜਾਈ ਆਪਣੇ ਅੰਦਰ ਦੇ ਨਾਲ ਲੜਨੀ ਆ। ਜਦੋਂ ਅਸੀਂ ਅੰਦਰ ਨੂੰ ਜਿੱਤ ਲਿਆ, ਬਾਹਰ ਜਿੱਤਿਆ ਜਿਤਾਇਆ ਤੁਹਾਨੂੰ ਮਿਲ ਜੂਗਾ। ਹਾਲੇਲੂਇਆ, ਗॉड ਬlesਸ ਯੂ। ਮੈਂ ਯਕੀਨ ਕਰਦੀ ਹਾਂ ਅੱਜ ਦੇ ਪਰਮੇਸ਼ਵਰ ਦੇ ਇਸ ਵਚਨ ਦੇ ਦੁਆਰਾ ਤੁਸੀਂ ਜ਼ਰੂਰ ਇੱਕ ਨਵੀਂ ਚੀਜ਼ ਨੂੰ ਰਿਸੀਵ ਕੀਤਾ ਹੋਊਗਾ ਆਪਣੀ ਲਾਈਫ ਦੇ ਵਿੱਚ, ਔਰ ਜ਼ਰੂਰ ਤੁਸੀਂ ਆਪਣੇ ਅੰਦਰਲੇ ਵੈਰੀਆਂ ਦੇ ਉੱਤੇ ਫਤਿਹ ਪਾਉਣ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤ ਛੇਤੀ ਕਾਮਯਾਬੀ ਨੂੰ ਹਾਸਲ ਕਰੋਗੇ ਔਰ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਬਲ ਬਖਸ਼ੇ। ਸੋ ਆਓ ਪ੍ਰਾਰਥਨਾ ਕਰੀਏ ਤਾਂ ਜੋ ਅੱਜ ਦਾ ਦਿਨ ਮੁਬਾਰਕ ਹੋਏ। ਥੈਂਕ ਯੂ ਫਾਦਰ, ਧੰਨਵਾਦ ਪਿਤਾ ਪਰਮੇਸ਼ਵਰ ਜੀ। ਦਿਲ ਦੀ ਗਹਿਰਾਈ ਤੋਂ ਪ੍ਰਭੂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਇਸ ਸਮੇਂ ਦੇ ਲਈ ਜਿਹੜਾ ਤੁਸੀਂ ਸਾਡੀਆਂ ਜ਼ਿੰਦਗੀਆਂ ਵਿੱਚ ਬਖਸ਼ਿਆ। ਅੱਜ ਦੇ ਇਸ ਸ਼ਬਦ ਦੇ ਲਈ, ਵਚਨ ਦੇ ਲਈ ਪ੍ਰਭੂ ਅਸੀਂ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਲਈ ਭੇਜਿਆ। ਮੇਰੇ ਪਿਆਰੇ ਪ੍ਰਭੂ ਅੱਜ ਅਸੀਂ ਪ੍ਰਾਰਥਨਾ ਕਰਦੇ ਸਾਡੇ ਅੰਦਰਲੇ ਵੈਰੀਆਂ ਦੇ ਉੱਤੇ ਫਤਿਹ ਪਾ ਦਿਓ ਮੇਰੇ ਪਿਤਾ ਪਰਮੇਸ਼ਵਰ। ਸਾਨੂੰ ਬਲ ਦਿਓ, ਹਿੰਮਤ ਦਿਓ ਕਿ ਅਸੀਂ ਗੁੱਸੇ ਨੂੰ ਕੰਟਰੋਲ ਵਿੱਚ ਕਰ ਸਕੀਏ। ਗੁੱਸਾ ਸਾਨੂੰ ਕੰਟਰੋਲ ਨਾ ਕਰੇ ਪਰ ਅਸੀਂ ਗੁੱਸੇ ਨੂੰ ਕੰਟਰੋਲ ਕਰ ਸਕੀਏ। ਮਨ ਸਾਨੂੰ ਕੰਟਰੋਲ ਨਾ ਕਰੇ ਪਰ ਪ੍ਰਭੂ ਅਸੀਂ ਮਨ ਨੂੰ ਕੰਟਰੋਲ ਕਰ ਸਕੀਏ ਮੇਰੇ ਪ੍ਰਭੂ ਜੀ। ਮੇਰੇ ਪ੍ਰਭੂ ਸਾਡੇ ਅੰਦਰੋਂ ਹਰ ਬੁਰਾਈ ਦੇ ਉੱਤੇ ਫਤਿਹ ਪਾ ਲਓ ਮੇਰੇ ਪਿਤਾ ਪਰਮੇਸ਼ਵਰ। ਸਾਡੇ ਅੰਦਰੋਂ ਕ੍ਰੋਧ ਜਾਂਦਾ ਰਹੇ ਮੇਰੇ ਪਿਤਾ ਪਰਮੇਸ਼ਵਰ, ਕਾਮ ਦਾ ਗੰਦਾ ਆਤਮਾ ਜਾਂਦਾ ਰਹੇ ਮੇਰੇ ਪਿਤਾ ਪਰਮੇਸ਼ਵਰ, ਵਿਚਾਰ ਜਾਂਦਾ ਰਹੇ, ਨਸ਼ਿਆਂ ਦੀ ਸਪਿਰਿਟ ਜਾਂਦੀ ਰਹੇ, ਅਣਆਗਿਆਕਾਰੀ ਜਾਂਦੀ ਰਹੇ, ਲੋਭ ਜਾਂਦਾ ਰਹੇ, ਹੰਕਾਰ ਜਾਵੇ, ਹਰ ਉਹ ਬੁਰਾਈ ਜਾਵੇ, ਚੁਗਲੀ ਨਿੰਦਿਆ ਜਾਏ। ਜਿਹੜੀਆਂ ਵੀ ਚੀਜ਼ਾਂ ਸਾਡੀ ਆਤਮਿਕ ਤਰੱਕੀ ਦੇ ਰਾਹ ਵਿੱਚ ਰੁਕਾਵਟ ਬਣ ਰਹੀਆਂ ਉਹ ਜਾਣ। ਉਹ ਸਾਰੇ ਵੈਰੀ ਦੀਆਂ ਸ਼ਕਤੀਆਂ ਜਿਹੜੀਆਂ ਅੰਦਰੋਂ ਅੰਦਰ ਸਾਨੂੰ ਆਤਮਿਕ ਤੌਰ ਤੇ ਖੋਖਲਾ ਕਰ ਰਹੀਆਂ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜ਼ਰੂਰ ਦੀ ਅੱਗ ਉਹਨਾਂ ਦੇ ਉੱਤੇ ਆਏ ਔਰ ਉਹ ਸਾਰੀਆਂ ਬੁਰੀਆਂ ਸ਼ਕਤੀਆਂ ਜਲ ਕੇ ਭਸਮ ਹੋ ਜਾਣ। ਔਰ ਪ੍ਰਭੂ ਜਿੱਦਾਂ ਅੱਗ ਦੇ ਵਿੱਚ ਸੋਨਾ ਜਾ ਕੇ ਹੋਰ ਸ਼ੁੱਧ ਹੋ ਜਾਂਦਾ, ਪ੍ਰਭੂ ਸਾਨੂੰ ਰੂਹ ਦੀ ਅਗਨੀ ਦੀ ਭੱਠੀ ਦੇ ਵਿੱਚ ਪਾ ਕੇ ਮੇਰੇ ਪ੍ਰਭੂ ਸਾਨੂੰ ਹੋਰ ਸ਼ੁੱਧ ਕਰੋ, ਪਵਿੱਤਰ ਕਰੋ, ਖਾਲਸ ਸੋਨੇ ਦੇ ਨਿਆਈ, ਖਾਲਸ ਚਾਂਦੀ ਦੀ ਨਿਆਈ ਮੇਰੇ ਪਿਤਾ ਪਰਮੇਸ਼ਵਰ। ਪ੍ਰਭੂ ਸਾਡੇ ਅੰਦਰੋਂ ਹਰੇਕ ਇੰਪਿਓਰਿਟੀ ਨੂੰ ਕੱਢ ਦਿਓ, ਹਰੇਕ ਅਸ਼ੁੱਧਤਾ ਨੂੰ, ਮਲੀਨਤਾ ਨੂੰ ਕੱਢ ਦਿਓ ਮੇਰੇ ਪਿਤਾ ਪਰਮੇਸ਼ਵਰ। ਆਪਣੇ ਰੂਹੇ ਪਾਕ ਦੇ ਸਦਕਾ ਮੇਰੇ ਪ੍ਰਭੂ, ਆਪਣੇ ਰੂਹ ਦੀ ਅਗਨੀ ਦੇ ਸਦਕਾ ਮੇਰੇ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਸਦਕੇ ਮੇਰੇ ਪਿਤਾ ਪਰਮੇਸ਼ਵਰ ਸਾਨੂੰ ਪਾਕ, ਸਾਫ਼, ਸ਼ੁੱਧ ਕਰ ਲਓ ਮੇਰੇ ਪ੍ਰਭੂ। ਸਾਡੇ ਅੰਦਰ ਇੱਕ ਪਾਕ ਮਨ ਉਤਪਨ ਕਰੋ ਮੇਰੇ ਪ੍ਰਭੂ, ਜਿਸ ਪਵਿੱਤਰ ਮਨ ਦੇ ਅੰਦਰ ਮੇਰੇ ਪ੍ਰਭੂ ਤੁਹਾਡਾ ਨਿਵਾਸ ਸਥਾਨ ਬਣੇ ਮੇਰੇ ਪਿਤਾ ਪਰਮੇਸ਼ਵਰ ਜੀ। ਐ ਮੇਰੇ ਖੁਦਾਵੰਦ ਖੁਦਾ ਤੁਹਾਡਾ ਆਤਮਾ ਸਾਡੇ ਅੰਦਰ ਵਸੇ ਮੇਰੇ ਪ੍ਰਭੂ, ਸਾਡੇ ਨਾਲ ਗੱਲਾਂ ਕਰੇ, ਸਾਡੇ ਵਿੱਚੋਂ ਦੀ ਕੰਮ ਕਰੇ ਪ੍ਰਭੂ। ਸਾਡੇ ਅੰਦਰ ਤੁਹਾਡਾ ਸੁਭਾਅ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਵਰ। ਮੇਰੇ ਪਿਆਰੇ ਪ੍ਰਭੂ ਅਸੀਂ ਆਪਣੀਆਂ ਸਾਰੀਆਂ ਲੜਾਈਆਂ ਆਪ ਜੀ ਦੇ ਅੱਗੇ ਰੱਖਦੇ ਹਾਂ ਮੇਰੇ ਪ੍ਰਭੂ। ਜੋ ਲੜਾਈਆਂ ਸਾਡੀਆਂ ਸੋਚਾਂ ਦੇ ਵਿੱਚ ਚੱਲਦੀਆਂ ਸੀ ਉਹ ਲੜਾਈਆਂ ਵੀ ਪ੍ਰਭੂ ਆਪ ਜੀ ਦੀ ਹਜ਼ੂਰੀ ਵਿੱਚ ਰੱਖ ਰਹੇ ਹਾਂ। ਜੋ ਮਨ ਦੇ ਵਿਚਾਰਾਂ ਵਿੱਚ ਚੱਲਦੀਆਂ ਉਹਨਾਂ ਲੜਾਈਆਂ ਨੂੰ ਪ੍ਰਭੂ ਆਪ ਜੀ ਦੀ ਹਜ਼ੂਰੀ ਵਿੱਚ ਰੱਖਦੇ ਹਾਂ। ਜੋ ਆਤਮਿਕ ਦੁਨੀਆ ਵਿੱਚ ਸਾਡੀ ਖਿਲਾਫਤ ਦੇ ਵਿੱਚ ਲੱਗੀਆਂ ਹੋਈਆਂ ਪ੍ਰਭੂ ਉਹਨਾਂ ਲੜਾਈਆਂ ਨੂੰ ਆਪ ਜੀ ਦੇ ਅੱਗੇ ਰੱਖਦੇ ਹਾਂ। ਉਹ ਲੜਾਈਆਂ ਜਿਹੜੀਆਂ ਸਾਡੇ ਜਿਸਮ ਦੇ ਅੰਦਰ ਬਿਮਾਰੀਆਂ ਦੇ ਨਾਲ ਚੱਲ ਰਹੀਆਂ ਉਹਨਾਂ ਲੜਾਈਆਂ ਨੂੰ ਮੇਰੇ ਪ੍ਰਭੂ ਅਸੀਂ ਆਪ ਜੀ ਦੇ ਅੱਗੇ ਰੱਖਦੇ ਹਾਂ। ਉਹ ਲੜਾਈਆਂ ਜਿਹੜੀਆਂ ਸਾਡੇ ਸੰਸਾਰ ਦੇ ਵਿੱਚ ਸਾਡੀਆਂ ਲੱਗੀਆਂ ਹੋਈਆਂ ਆ, ਸਾਡੇ ਭੈਣਾਂ ਭਰਾਵਾਂ ਦੇ ਨਾਲ, ਸਾਡੇ ਆਂਢ ਗੁਆਂਢ ਦੇ ਨਾਲ, ਰਿਸ਼ਤੇਦਾਰੀ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਵੀ ਸਾਡੀਆਂ ਲੜਾਈਆਂ, ਸਾਡੀ ਜ਼ਿੰਦਗੀ ਦੀ ਹਰ ਲੜਾਈ ਨੂੰ ਮੇਰੇ ਪਿਤਾ ਪਰਮੇਸ਼ਵਰ ਅਸੀਂ ਆਪ ਜੀ ਦੀ ਹਜ਼ੂਰੀ ਦੇ ਵਿੱਚ ਰੱਖਦੇ ਹਾਂ ਮੇਰੇ ਪ੍ਰਭੂ। ਔਰ ਅਸੀਂ ਯਕੀਨ ਕਰਦੇ ਹਾਂ ਕਿਸੇ ਵੈਰੀ ਦੀ ਸ਼ਕਤੀ ਦੇ ਵਿੱਚ, ਕਿਸੇ ਮਨੁੱਖ ਦੀ ਸ਼ਕਤੀ ਦੇ ਵਿੱਚ, ਕਿਸੇ ਤੰਤਰ ਮੰਤਰ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਉਹ ਸਾਡੇ ਪਰਮੇਸ਼ਵਰ ਨੂੰ ਹਰਾ ਸਕੇ ਪ੍ਰਭੂ। ਸਾਡਾ ਬਲ ਤੇ ਜ਼ੋਰ ਤੁਸੀਂ ਆ ਮੇਰੇ ਪ੍ਰਭੂ, ਸਾਡੀ ਹਿੰਮਤ ਤੇ ਦਲੇਰੀ ਤੁਸੀਂ ਆ ਮੇਰੇ ਪ੍ਰਭੂ, ਸਾਡੇ ਲਈ ਫਾਈਟ ਕਰਨ ਵਾਲੇ ਪਰਮੇਸ਼ਵਰ ਤੁਸੀਂ ਆ ਮੇਰੇ ਪ੍ਰਭੂ। ਤੁਸੀਂ ਆਪਣੇ ਵਾਰੀਅਰ ਐਂਜਲਸ ਨੂੰ ਸਾਡੇ ਜੀਵਨ ਦੇ ਵਿੱਚ ਭੇਜਿਆ ਆ। ਸੱਚਮੁੱਚ ਉਹ ਯੋਧੇ ਸਵਰਗਦੂਤ ਸਾਡੀ ਮਦਦ ਕਰਦੇ ਆ ਔਰ ਸਾਡੇ ਦੁਆਲੇ ਡੇਰਾ ਲਾਉਂਦੇ ਤੇ ਹਰ ਬੁਰੀ ਬਲਾ ਤੋਂ ਬਚਾ ਕੇ ਰੱਖਦੇ ਆ ਪ੍ਰਭੂ। ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ। ਅੱਜ ਉਹਨਾਂ ਵੈਰੀਆਂ ਨੂੰ ਮੇਰੇ ਪ੍ਰਭੂ ਜੀ ਲਤਾੜ ਦਿਓ ਮੇਰੇ ਪ੍ਰਭੂ,
ਉਹਨਾਂ ਵੈਰੀਆਂ ਨੂੰ ਸਾਡੇ ਪਿੱਛੋਂ ਲਾ ਸਿੱਟੋ ਮੇਰੇ ਪ੍ਰਭੂ, ਜਿਹੜੇ ਸਾਨੂੰ ਬੰਧਨਾਂ ਦੀਆਂ ਜੰਜੀਰਾਂ ਦੇ ਵਿੱਚ ਪਾਉਂਦੇ ਆ, ਗਲਤ ਸੋਚਾਂ ਦੇ ਵਿੱਚ ਗੁਲਾਮ ਕਰਦੇ ਆ, ਜਿਨ੍ਹਾਂ ਨੇ ਸਾਨੂੰ ਇੰਟਰਨੈਟ ਦਾ ਗੁਲਾਮ ਕੀਤਾ, ਜਿਨ੍ਹਾਂ ਨੇ ਸਾਡੀਆਂ ਅੱਖਾਂ ਨੂੰ ਗਲਤ ਚੀਜ਼ਾਂ ਦੇਖਣ ਦਾ ਗੁਲਾਮ ਕੀਤਾ, ਜਿਨ੍ਹਾਂ ਨੇ ਸਾਡੇ ਕੰਨਾਂ ਨੂੰ ਗਲਤ ਸੁਣਨ ਦਾ ਗੁਲਾਮ ਕੀਤਾ, ਜਿਨ੍ਹਾਂ ਨੇ ਸਾਡੀ ਜੀਭ ਨੂੰ ਗਲਤ ਬੋਲਣ ਦਾ ਗੁਲਾਮ ਕੀਤਾ, ਜਿਨ੍ਹਾਂ ਨੇ ਸਾਨੂੰ ਗਲਤ ਚੀਜ਼ਾਂ ਦਾ ਝੱਸ ਪਾਇਆ ਪ੍ਰਭੂ, ਉਹ ਸਾਰੀਆਂ ਗੁਲਾਮੀ ਦੀਆਂ ਬੇੜੀਆਂ ਅੱਜ ਸਾਡੇ ਦੁਆਲਿਓਂ ਤੋੜ ਦਿਓ ਮੇਰੇ ਪਿਤਾ ਪਰਮੇਸ਼ਰ, ਉਹ ਟੁੱਟ ਜਾਣ ਪ੍ਰਭੂ ਯਿਸੂ ਜੀ ਦੇ ਨਾਮ 'ਚ। ਪ੍ਰਭੂ ਅੱਜ ਸਾਨੂੰ ਡਿਲੀਵਰੈਂਸ ਦਿਓ ਮੇਰੇ ਪਿਤਾ ਪਰਮੇਸ਼ਰ, ਮੇਰੇ ਪ੍ਰਭੂ ਉਹ ਡਿਲੀਵਰੈਂਸ ਜਿਹਦੇ ਤੋਂ ਅਸੀਂ ਅਣਜਾਣ ਸੀ, ਉਹ ਡਿਲੀਵਰੈਂਸ ਅੱਜ ਸਾਨੂੰ ਮਿਲੇ। ਉਹ ਡਿਲੀਵਰੈਂਸ ਜਿਹੜੀ ਅੱਜ ਤੱਕ ਅਸੀਂ ਮੰਗੀ ਨਹੀਂ ਸੀ, ਅੱਜ ਸਾਨੂੰ ਉਹ ਡਿਲੀਵਰੈਂਸ ਅਸੀਂ ਮੰਗਦੇ, ਵਚਨ 'ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਊਗਾ। ਪ੍ਰਭੂ ਅੱਜ ਅਸੀਂ ਉਸ ਡਿਲੀਵਰੈਂਸ ਨੂੰ ਮੰਗਦੇ ਹਾਂ, ਸਾਡੇ ਜੀਵਨ 'ਚੋਂ ਡਿਲੀਵਰੈਂਸ ਆਏ ਮੇਰੇ ਪਿਤਾ ਪਰਮੇਸ਼ਰ ਜੀ। ਐ ਮੇਰੇ ਖੁਦਾਵੰਦ ਖੁਦਾ, ਸਾਨੂੰ ਇਹੋ ਜਿਹੇ ਬਣਾ ਲਓ ਕਿ ਅਸੀਂ ਤੁਹਾਨੂੰ ਪਸੰਦ ਆ ਸਕੀਏ, ਇਹੋ ਜਿਹੇ ਬਣਾ ਲਓ ਕਿ ਵੈਰੀ ਸਾਨੂੰ ਦੇਖ ਕੇ ਘਾਬਰ ਜਾਏ, ਸ਼ਰਮਿੰਦਾ ਹੋ ਜਾਏ। ਇਹੋ ਜਿਹੇ ਬਣਾਓ ਮੇਰੇ ਪ੍ਰਭੂ ਕਿ ਪ੍ਰਭੂ ਅਸੀਂ ਆਪਣੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ, ਔਰ ਮੇਰੇ ਪਿਤਾ ਪਰਮੇਸ਼ਰ ਸਾਡੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਮੇਰੇ ਪ੍ਰਭੂ ਉੱਚੇ ਕੀਤੇ ਜਾਈਏ, ਔਰ ਸਾਡੇ ਜੀਵਨ ਤੋਂ ਆਪ ਜੀ ਨੂੰ ਮਹਿਮਾ ਮਿਲੇ ਮੇਰੇ ਪ੍ਰਭੂ ਜੀ। ਐ ਮੇਰੇ ਖੁਦਾਵੰਦ ਖੁਦਾ, ਸਾਡਾ ਅੱਜ ਦਾ ਦਿਨ ਮੁਬਾਰਕ ਹੋਏ ਮੇਰੇ ਪਿਤਾ ਪਰਮੇਸ਼ਰ। ਅੱਜ ਜੋ ਵੀ ਪਲੈਨਿੰਗ ਆ ਤੁਹਾਡੀ ਸਾਡੇ ਜੀਵਨ ਦੇ ਵਿੱਚ ਉਹ ਪੂਰੀ ਹੋਏ ਮੇਰੇ ਪ੍ਰਭੂ, ਅਸੀਂ ਉਸ ਪਲੈਨਿੰਗ ਨੂੰ ਮੰਗਦੇ ਆ ਮੇਰੇ ਪ੍ਰਭੂ। ਮੇਰੇ ਪਿਤਾ ਪਰਮੇਸ਼ਰ ਸਾਡੇ ਭੋਜਨ ਤੇ ਪਾਣੀ ਦੇ ਉੱਤੇ ਆਸ਼ੀਸ਼ ਤੇ ਬਰਕਤ ਦਿਓ ਮੇਰੇ ਪਿਤਾ ਪਰਮੇਸ਼ਰ ਜੀ। ਔਰ ਮੇਰੇ ਪਿਆਰੇ ਪ੍ਰਭੂ, ਉਹ ਭੈਣ ਭਰਾ ਜਿਨ੍ਹਾਂ ਨੇ ਰਿਕੁਐਸਟ ਕੀਤੀ ਕਿ ਉਹਨਾਂ ਦੇ ਨਾਮ ਲੈ ਕੇ ਪ੍ਰਾਰਥਨਾ ਕੀਤੀ ਜਾਏ, ਐ ਮੇਰੇ ਖੁਦਾਵੰਦ ਖੁਦਾ, ਤੁਸੀਂ ਉਹਨਾਂ ਦੇ ਨਾਮ ਆਲਰੇਡੀ ਆਪਣੇ ਹੱਥਾਂ ਦੀਆਂ ਹਥੇਲੀਆਂ ਦੇ ਉੱਤੇ ਲਿਖੇ ਹੋਏ ਆ। ਔਰ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਉਹਨਾਂ ਸਾਰੇ ਭੈਣਾਂ ਭਰਾਵਾਂ ਦੇ ਲਈ ਜਿਨ੍ਹਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀਆਂ ਪ੍ਰੇਅਰ ਰਿਕੁਐਸਟ ਭੇਜੀਆਂ, ਪ੍ਰਭੂ ਤੁਸੀਂ ਉਹਨਾਂ ਨੂੰ ਬਲੈਸ ਕਰੋ, ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਦਿਓ, ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਆਉਣ ਮੇਰੇ ਪਿਤਾ ਪਰਮੇਸ਼ਰ ਜੀ। ਔਰ ਪ੍ਰਭੂ ਜਿਨ੍ਹਾਂ ਨੇ ਆਪਣੀਆਂ ਟੈਸਟੀਮਨੀਜ਼ ਭੇਜੀਆਂ ਮੇਰੇ ਪ੍ਰਭੂ, ਉਹਨਾਂ ਗਵਾਹੀਆਂ ਦਾ ਸਾਰੀ ਮਹਿਮਾ ਜਲਾਲ ਮੇਰੇ ਪ੍ਰਭੂ ਆਪ ਜੀ ਨੂੰ ਮਿਲੇ, ਕਿਉਂਕਿ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕੀਤਾ ਮੇਰੇ ਪਿਤਾ ਪਰਮੇਸ਼ਰ। ਔਰ ਮੈਂ ਪ੍ਰਭੂ ਪ੍ਰਾਰਥਨਾ ਕਰਦੀ ਅੱਜ ਜਿੰਨੇ ਵੀ ਜਣੇ ਇਸ ਪ੍ਰੋਗਰਾਮ ਨੂੰ ਦੇਖ ਰਹੇ, ਇਸ ਪ੍ਰਾਰਥਨਾ ਨੂੰ ਸੁਣ ਰਹੇ, ਉਹ ਸਾਰੇ ਵੱਡੀਆਂ ਗਵਾਹੀਆਂ ਦੇ ਨਾਲ ਉੱਠਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਔਰ ਪ੍ਰਭੂ ਉਹ ਤੁਹਾਡੀ ਮਹਿਮਾ ਕਰਨ ਵਾਲੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਤੁਹਾਡੀ ਕਿਰਪਾ ਸਾਡੇ ਧੀਆਂ ਪੁੱਤਰਾਂ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਰ, ਆਪ ਜੀ ਦੀ ਕਿਰਪਾ ਸਾਡੀਆਂ ਕਾਰੋਬਾਰਾਂ ਦੇ ਉੱਤੇ ਆਏ, ਸਾਡੀ ਜੌਬ ਦੇ ਉੱਤੇ ਆਏ ਮੇਰੇ ਪ੍ਰਭੂ ਜੀ। ਮੇਰੇ ਪ੍ਰਭੂ ਸਾਡੇ ਧਨ ਦੌਲਤ ਦੇ ਉੱਤੇ ਤੁਹਾਡੀ ਕਿਰਪਾ ਬਣੀ ਰਹੇ ਮੇਰੇ ਪ੍ਰਭੂ। ਤੁਸੀਂ ਸਾਨੂੰ ਵਧਾਉਣੇ ਆ ਮੇਰੇ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਬੀਜਣ ਲਈ ਦਿੰਦੇ, ਤੁਸੀਂ ਸਾਨੂੰ ਖਾਣ ਲਈ ਦਿੰਦੇ ਮੇਰੇ ਪ੍ਰਭੂ, ਤੁਸੀਂ ਸਾਨੂੰ ਵਰਤਣ ਲਈ ਦਿੰਦੇ, ਰਹਿਣ ਲਈ ਦਿੰਦੇ, ਪਹਿਨਣ ਦੇ ਲਈ ਦਿੰਦੇ ਮੇਰੇ ਪ੍ਰਭੂ। ਅਸੀਂ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ। ਹਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖਣਾ, ਪਾਪ ਦੀ ਗੁਲਾਮੀ ਤੋਂ ਮੇਰੇ ਪਿਤਾ ਪਰਮੇਸ਼ਰ ਸਾਨੂੰ ਆਜ਼ਾਦ ਕੀਤਾ, ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ। ਕਿਰਪਾ ਕਰਿਓ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਫਿਰ ਤੋਂ ਪਾਪ ਦੇ ਗੁਲਾਮ ਨਾ ਹੋਈਏ, ਪਰ ਸਾਡਾ ਈਮਾਨ ਮਜ਼ਬੂਤੀ ਦੇ ਨਾਲ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੇ ਵਿੱਚ ਬਣਿਆ ਰਹੇ। ਔਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਸੀਂ ਪ੍ਰਭੂ ਦੀ ਮਹਿਮਾ ਨੂੰ ਦੇਖੀਏ ਪ੍ਰਭੂ, ਅਸੀਂ ਸਵਰਗ ਨੂੰ ਉਠਾ ਲਏ ਜਾਣ ਵਾਲੇ ਬਣੀਏ ਮੇਰੇ ਪ੍ਰਭੂ ਜੀ। ਸਾਡੇ ਨਾਮ ਜੀਵਨ ਦੀ ਪੋਥੀ ਵਿੱਚ ਪਾਏ ਜਾਣ, ਸਾਡੇ ਧੀਆਂ ਪੁੱਤਰਾਂ ਦੇ ਨਾਮ, ਸਾਡੇ ਜੀਵਨ ਸਾਥੀ ਦਾ ਨਾਮ, ਸਾਡੇ ਮਾਤਾ ਪਿਤਾ ਦਾ ਨਾਮ, ਔਰ ਸੁਣਨ ਵਾਲਿਆਂ ਦੇ ਨਾਮ ਮੇਰੇ ਪਿਤਾ ਪਰਮੇਸ਼ਰ ਜੀ ਜੀਵਨ ਦੀ ਪੋਥੀ ਵਿੱਚ ਪਾਏ ਜਾਣ ਮੇਰੇ ਪ੍ਰਭੂ। ਸਾਨੂੰ ਨਰਕ ਦੀ ਅੱਗ ਤੋਂ ਬਚਾਉਣਾ ਮੇਰੇ ਪ੍ਰਭੂ, ਆਉਣ ਵਾਲੀ ਤਬਾਹੀ ਤੋਂ ਬਚਾਉਣਾ, ਹਰ ਮਹਾਰੋਗ ਤੋਂ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ। ਸਵਰਗੀ ਦੂਤਾਂ ਦੀ ਵਾੜ ਮੇਰੇ ਪਿਤਾ ਪਰਮੇਸ਼ਰ ਸਾਡੇ ਘਰ ਦੇ ਦੁਆਲੇ ਲੱਗੇ, ਜਿੱਧਰ ਵੀ ਰਾਹਾਂ ਵਿੱਚ ਅਸੀਂ ਜਾਈਏ ਸਵਰਗਦੂਤ ਸਾਡੇ ਅੰਗ ਸੰਗ ਹੋਣ, ਔਰ ਹਰ ਬੁਰੀ ਬਲਾ ਤੋਂ, ਹਰੇਕ ਦੁਰਘਟਨਾ ਤੋਂ, ਹਰੇਕ ਖੌਫ ਖਤਰੇ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ। ਔਰ ਤੁਹਾਡੇ ਰੂਹ ਦੀ ਵਰਖਾ ਸਾਡੇ ਜੀਵਨ ਦੇ ਵਿੱਚ ਹੋਏ, ਅਸੀਂ ਭਿੱਜ ਜਾਈਏ ਉਸ ਰੂਹ ਦੀ ਵਰਖਾ ਦੇ ਵਿੱਚ ਪ੍ਰਭੂ। ਸਾਨੂੰ ਬਲੈਸ ਕਰੋ, ਸਾਡੀ ਇਸ ਬੇਨਤੀ ਨੂੰ ਸੁਣੋ, ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਕੋਲੋਂ ਮੰਗਦੇ ਹਾਂ, ਆਮੀਨ ਆਮੀਨ ਆਮੀਨ। ਹਾਲੇਲੂਇਆ। ਗॉड ਬਲੈਸ ਯੂ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ। ਅੱਜ ਮੈਂ ਪ੍ਰਾਰਥਨਾ ਕਰਦੀ ਤੁਹਾਡੇ ਲਈ ਕਿ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਹੈ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚੋਂ ਫਲਦਾਰ ਹੋ ਜਾਣ। ਜਿਨ੍ਹਾਂ ਦੇ ਲਾਈਫ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੀਆਂ ਸਾਰੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਸੋਲਵ ਹੋਣ, ਇੱਕ ਸੁਪਰਨੈਚੁਰਲ ਸੋਲਿਊਸ਼ਨ ਤੁਹਾਡੀ ਲਾਈਫ ਦੇ ਵਿੱਚ ਆਏ, ਗਰੀਬੀ ਦੇ ਬੰਧਨ ਟੁੱਟ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ, ਕਰਜ਼ੇ ਤੁਹਾਡੇ ਟੁੱਟ ਜਾਣ, ਮਾਫ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੀ ਜ਼ਿੰਦਗੀ ਦੇ ਉੱਤੇ ਆਇਆ ਹੋਇਆ ਹਰ ਸਰਾਪ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਟੁੱਟ ਜਾਏ। ਤੁਹਾਡੇ ਜੀਵਨ ਦੀ ਹਰ ਲੜਾਈ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਨੂੰ ਫਤਿਹ ਮਿਲੇ। ਤੁਸੀਂ ਆਪਣੇ ਕਾਰੋਬਾਰਾਂ ਦੇ ਵਿੱਚ ਵਧੋ, ਤੁਹਾਡੀ ਜੌਬ ਦੇ ਉੱਤੇ ਤੁਹਾਡੀ ਤਰੱਕੀ ਹੋਏ, ਤੁਹਾਡੀ ਸੈਲਰੀ ਵਧੇ, ਤੁਹਾਡੇ ਹੱਥਾਂ ਦੀ ਬਰਕਤ ਵਧੇ, ਤੁਹਾਡੇ ਸਰੀਰ ਦਾ ਬਲ ਵਧੇ, ਤੁਹਾਡੀ ਅੱਖਾਂ ਦੀ ਨਿਗਾਹ ਵਧੇ, ਪਰਮੇਸ਼ਵਰ ਦੇ ਨਾਲ ਤੁਹਾਡਾ ਪ੍ਰੇਮ ਵਧੇ, ਵਚਨ ਦੇ ਵਿੱਚ ਤੁਸੀਂ ਜੜ ਫੜੋ ਔਰ ਵਚਨ ਤੁਹਾਡੇ ਜੀਵਨ ਦੇ ਵਿੱਚ ਨਜ਼ਰ ਆਏ, ਪਰਮੇਸ਼ਵਰ ਦੇ ਵਿੱਚ ਬਣੇ ਰਹੋ ਔਰ ਪਰਮੇਸ਼ਵਰ ਦੇ ਵਾਅਦੇ ਤੁਹਾਡੇ ਜੀਵਨ ਦੇ ਵਿੱਚ ਪੂਰੇ ਹੋਣ। ਗॉड ਬਲੈਸ ਯੂ। ਅੱਜ ਦਾ ਦਿਨ ਮੁਬਾਰਕ ਹੋਏ। ਜੈ ਮਸੀਹ ਦੀ।